ਹੁਣ ਜਦੋਂ ਇੱਥੇ ਪਹੁੰਚਦਾ ਤੇ ਇੱਥੇ ਆ ਕੇ ਜਗਿਆਸੂ ਜਿਹੜਾ ਉਹ ਪ੍ਰਤੀਤ ਕਰਦਾ ਵੀ ਪਰਮਾਤਮਾ ਜਿਹੜਾ ਉਹ ਸਾਰੇ ਬ੍ਰਹਿਮੰਡ ਵਿੱਚ ਆ ਸਾਰਾ ਬ੍ਰਹਿਮੰਡ ਹੀ ਅਕਾਲ ਪੁਰਖ ਦਾ ਘਰ ਆ। ਸ੍ਰਿਸ਼ਟੀ ਦੇ ਜਿਹੜੇ ਸਾਰੇ ਜੀਵ ਨੇ ਉਹ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਰਹੇ ਨੇ, ਕੋਈ ਰਾਗੀ ਬਣ ਕੇ, ਕੋਈ ਢਾਡੀ ਬਣ ਕੇ, ਕੋਈ ਕੀਰਤਨੀਆ ਬਣ ਕੇ, ਇਵੇਂ ਪ੍ਰਤੀਤ ਹੁੰਦਾ, ਮਹਿਸੂਸ ਹੁੰਦਾ। ਉਹ ਵੇਖਦਾ ਕਿ ਸਾਰੇ ਜਿਹੜੇ ਜੀਵ ਨੇ ਨਾਲੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਜਗਤ ਦੇ ਸਾਰੇ ਕਾਰ ਵਿਹਾਰ ਕਰ ਰਹੇ ਨੇ ਤੇ ਨਾਲੇ ਆਪੋ ਆਪਣੀ ਬੋਲੀ ਦੇ ਵਿੱਚ ਉਹ ਨਿਰੰਕਾਰ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਨੇ। ਤੇ ਸਿਫਤ ਸਲਾਹ ਕਿਵੇਂ ਕਰ ਰਹੇ ਨੇ? ਕੋਈ ਮੂੰਹ ਤੋਂ ਬੋਲ ਕੇ ਕਰ ਰਿਹਾ, ਕੋਈ ਉਹਦੀ ਰਜਾ ਵਿੱਚ ਤੁਰ ਕੇ ਕਰ ਰਿਹਾ। ਤੇ ਫਿਰ ਕਹਿੰਦਾ ਕਿ ਅਸਲ ਵਿੱਚ ਉਹ ਦਾਤੇ ਦੀ ਰਜਾ ਵਿੱਚ ਰਹਿਣਾ ਹੀ ਸਭ ਤੋਂ ਸਾਡੇ ਜੀਵਨ ਦਾ ਅਸਲ ਮਨੋਰਥ ਹੈ। ਹੁਣ ਪੌੜੀ ਦੇ ਅਰਥਾਂ ਦੇ ਵੱਲ ਆਉਣ ਦਾ ਯਤਨ ਕਰੀਏ। ਸੋ ਦਰ ਤੋਂ ਮੁਰਾਦ ਆ ਉਹ ਦਰ, ਉਹ ਕੇਂਦਰੀ ਅਸਥਾਨ, ਉਹ ਮਰਕਜ਼ ਅਸਥਾਨ ਜਿੱਥੇ ਬੈਠ ਕੇ ਪ੍ਰਮਾਤਮਾ ਸਾਰੇ ਜੀਵਾਂ ਦੀ ਸੰਭਾਲ ਕਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬੈ ਸਰਬ ਸੰਭਾਲੇ। ਇਹ ਪ੍ਰਮਾਤਮਾ ਉਹ ਦਰ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ? ਕਿਹੋ ਜਿਹਾ ਹੈ ਉਹ ਅਸਥਾਨ ਜਿੱਥੇ ਬੈਠ ਕੇ ਤੂੰ ਸਾਰਿਆਂ ਨੂੰ ਵੇਖ ਰਿਹਾ ਹੈ? ਬੜੀ ਅਚਰਜਤਾ ਦੇ ਵਿੱਚ ਕਿ ਕਮਾਲ ਦਾ ਹੋਏਗਾ ਉਹ ਟਿਕਾਣਾ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ। ਰਾਮਕਲੀ ਰਾਗ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜਿਤ ਦਰ ਵਸੈ ਕਵਨ ਦਰ ਕਹੀਐ ਦਰ ਭੀਤਰ ਦਰ ਕਵਨ ਲਹੈ। ਪਰਮਾਤਮਾ ਕੌਣ ਦੱਸੇ ਉਹ ਦਰ, ਕੌਣ ਦੱਸੇ ਉਹ ਘਰ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ। ਦੁਨੀਆ ਦੇ ਵਿੱਚ ਕੁਝ ਮਨੌਤਾਂ ਮੰਨੀਆਂ ਜਾਂਦੀਆਂ ਨੇ। ਸਾਡਾ ਇਹ ਸੁਭਾਅ ਹੈ ਕਿ ਜੋ ਅਸੀਂ ਕੁਦਰਤ ਦੇ ਵਿੱਚ ਵੇਖਦੇ ਹਾਂ, ਮਨੁੱਖਤਾ ਦੇ ਵਿੱਚ ਵੇਖਦੇ ਹਾਂ, ਦੁਨੀਆ ਦੇ ਵਿੱਚ ਵੇਖਦੇ ਹਾਂ, ਅਸੀਂ ਸੋਚਦੇ ਹਾਂ ਰੱਬ ਵੀ ਇਵੇਂ ਦਾ ਹੀ ਆ। ਹੁਣ ਅਸੀਂ ਵੇਖਿਆ ਕਿ ਜਿਵੇਂ ਸਾਡੇ ਇੱਥੇ ਰਾਜੇ ਨੇ ਜਾਂ ਰਾਜੇ ਹੋਇਆ ਕਰਦੇ ਸੀ, ਉਹਨਾਂ ਦੇ ਦਰਬਾਰ ਲੱਗਿਆ ਕਰਦੇ ਸੀ, ਉਹਨਾਂ ਦੇ ਦਰਬਾਰ ਦੇ ਵਿੱਚ ਲੋਕ ਉਹਨਾਂ ਦੀ ਉਸਤਤ ਕਰਿਆ ਕਰਦੇ ਸਨ, ਵਡਿਆਈਆਂ ਕਰਿਆ ਕਰਦੇ ਸਨ, ਅਮੀਰ ਅਮੀਰ ਲੋਕ ਆ ਕੇ ਉਹਨਾਂ ਦੀ ਖੁਸ਼ਾਮਦ ਕਰਿਆ ਕਰਦੇ ਸਨ। ਉਹਨਾਂ ਦੇ ਮਹਿਲਾਂ ਦੇ ਦਰਵਾਜ਼ਿਆਂ ਦੇ ਵਾਜੇ ਵੱਜਦੇ ਸਨ, ਢੋਲ ਵੱਜਦੇ ਸਨ, ਉਹਨਾਂ ਦੇ ਉੱਤੇ ਕੋਈ ਫੁੱਲ ਸੁੱਟ ਰਿਹਾ। ਇਵੇਂ ਆਪਾਂ ਵੇਖਦੇ ਨਾ ਮਾਹੌਲ। ਤੇ ਜਿਵੇਂ ਦਾ ਅਸੀਂ ਦੁਨਿਆਵੀ ਤੌਰ ਤੇ ਕਿਸੇ ਰਾਜੇ ਦੇ ਮਹਿਲ ਨੂੰ ਵੇਖਿਆ, ਟਿਕਾਣੇ ਨੂੰ ਵੇਖਿਆ, ਦਰਬਾਰ ਨੂੰ ਵੇਖਿਆ, ਅਸੀਂ ਸੋਚਿਆ ਰੱਬ ਦਾ ਘਰ ਵੀ ਇਵੇਂ ਦਾ ਹੋਏਗਾ। ਔਰ ਅਸੀਂ ਇਸ ਪ੍ਰਕਾਰ ਸੋਚ ਕੇ ਇਵੇਂ ਮੰਨਦੇ ਹੋਏ ਇਹ ਸੋਚ ਆਪਣੇ ਅੰਦਰ ਪੈਦਾ ਕਰਕੇ ਪ੍ਰਮਾਤਮਾ ਬਾਰੇ ਵੀ ਇਵੇਂ ਕਿਹਾ। ਹੁਣ ਆ ਜਿਵੇਂ ਅੱਗੇ ਜਾ ਕੇ ਵੀ ਜਪਜੀ ਸਾਹਿਬ ਦੀ ਇੱਕ ਪੌੜੀ ਆਉਣੀ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਜਾਂ ਆਪਾਂ ਪਿੱਛੇ ਪੜ੍ਹ ਕੇ ਆਏ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜਕ ਭਾਲ ਥੱਕੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਲੋਕਾਂ ਦੀ ਵਿਚਾਰ ਮੰਨੀ ਕਹਿ ਲਓ, ਜਾਂ ਐਵੇਂ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਆਪਣੀ ਅਸਲੀ ਗੱਲ ਸਮਝਾਉਣ ਵਾਸਤੇ ਇਹ ਕਿਹਾ ਕਿ ਤੁਸੀਂ ਐਵੇਂ ਮੰਨਦੇ ਹੋ, ਠੀਕ ਆ ਮੰਨ ਲਓ, ਪਰ ਅਸਲੀਅਤ ਦੇ ਵਿੱਚ ਐਵੇਂ ਆ। ਹੁਣ ਲੋਕ ਮੰਨਦੇ ਸੀ ਰਾਜਿਆਂ ਦੇ ਦਰਬਾਰਾਂ ਨੂੰ ਵੇਖ ਕੇ, ਵੱਡੇ ਵੱਡੇ ਅਮੀਰਾਂ ਦੇ ਦਰਬਾਰਾਂ ਨੂੰ ਵੇਖ ਕੇ ਕਿ ਜਿਵੇਂ ਉਹਨਾਂ ਦੇ ਦਰਬਾਰ ਲੱਗਦੇ ਨੇ, ਲੋਕ ਉਹਨਾਂ ਦੀ ਜੈ ਜੈਕਾਰ ਗਾਉਂਦੇ ਨੇ, ਲੋਕ ਉਹਨਾਂ ਦੇ ਗੁਣ ਗਾਉਂਦੇ ਨੇ, ਉਹਨਾਂ ਦੇ ਘਰਾਂ ਦੇ ਦਰਵਾਜ਼ਿਆਂ 'ਤੇ ਵਾਜੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ, ਉਹਨਾਂ ਦੇ ਉੱਤੇ ਫੁੱਲ ਸੁੱਟੇ ਜਾ ਰਹੇ ਨੇ। ਤੇ ਪ੍ਰਮਾਤਮਾ ਦਾ ਦਰ ਵੀ ਐਵੇਂ ਹੋਵੇਗਾ। ਗੁਰੂ ਸਾਹਿਬ ਕਹਿੰਦੇ ਮੰਨ ਲਓ। ਮੰਨਣ ਵਿੱਚ ਕੀ ਜਾਂਦਾ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਉਹ ਤੇ ਬੜੀ ਵੱਡੀ ਸ਼ਕਤੀ ਦਾ ਮਾਲਕ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੀਆਂ ਮਨੌਤਾਂ ਅਸੀਂ ਮੰਨਦੇ ਹਾਂ ਉਹ ਮਨੌਤਾਂ ਤੇ ਪ੍ਰਮਾਤਮਾ ਦੇ ਅਧੀਨ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਸਾਂਝਾ ਕਰਾਂ ਤਾਂ ਕਿ ਸੌਖੀ ਸਮਝ ਆ ਜੇ। ਲੋਕਾਂ ਦੀ ਮਨੌਤ ਸੀ ਕਿ ਕਾਮ ਧੇਨ ਗਊ ਤੇ ਕਲਪ ਬ੍ਰਿਸ਼ ਇਹ ਮਨੁੱਖ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦੇ ਨੇ, ਮਨੋਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ। ਤੇ ਇਹਨਾਂ ਕੋਲੋਂ ਜੋ ਵੀ ਮੰਗੀਏ ਉਹ ਮਿਲ ਜਾਂਦਾ। ਕਾਮ ਧੇਨ ਗਾਂ ਕੋਲੋਂ ਜੋ ਮੰਗੋ ਮਿਲ ਜਾਂਦਾ, ਕਲਪ ਬ੍ਰਿਸ਼ ਕੋਲੋਂ ਜੋ ਮੰਗੋ ਮਿਲ ਜਾਂਦਾ। ਤੇ ਗੁਰੂ ਬਾਬੇ ਨੇ ਕੀ ਕਿਹਾ? ਸਾਹਿਬ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ
ਜਾ ਕੈ ਵਸ ਹੈ ਕਾਮ ਤਿਨਾ। ਤੁਸੀਂ ਮੰਨਦੇ ਹੋ ਕਾਮ ਤਿੰਨ ਗਾਂ ਨੂੰ? ਉਹ ਕਹਿੰਦੇ ਮੰਨਦੇ ਆ। ਤੁਸੀਂ ਕਹਿੰਦੇ ਹੋ ਕਿ ਕਾਮ ਤਿੰਨ ਗਾਂ ਸਭ ਕੁਝ ਦਿੰਦੀ? ਬਿਲਕੁਲ ਜੀ ਮੰਨਦੇ ਆ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਸਲੀਅਤ ਦੇ ਵਿੱਚ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹਰੀ ਪਰਮਾਤਮਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨਾ। ਉਹ ਕਾਮ ਤਿੰਨ ਗਾਂ ਵੀ ਉਸ ਪਰਮਾਤਮਾ ਦੇ ਵਸ ਵਿੱਚ ਹੈ, ਪਰਮਾਤਮਾ ਦੇ ਅਧੀਨ ਹੈ। ਤੇ ਸਾਹਿਬ ਕਹਿੰਦੇ ਫਿਰ ਕਾਮ ਤਿੰਨ ਕੋਲ ਕਿਉਂ ਮੰਗਣਾ? ਉਹਦੇ ਕੋਲੋਂ ਮੰਗੀਏ ਜਿਹਦੇ ਅਧੀਨ ਕਾਮ ਤਿੰਨ ਵੀ ਗਾਂ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਕਹਿੰਦੇ ਉਸ ਪਰਮਾਤਮਾ ਨੂੰ ਧਿਆ ਜਿਹਨੂੰ ਧਿਆ ਕੇ ਜੀਵਨ ਦੇ ਸਾਰੇ ਸੁੱਖ ਮਿਲਦੇ ਨੇ। ਹੁਣ ਸਾਹਿਬ ਕਹਿੰਦੇ ਕਿ ਉਹ ਪਰਮਾਤਮਾ ਦਾ ਦਰ ਕਿਹੋ ਜਿਹਾ ਹੈ, ਉਹ ਘਰ ਕਿਹੋ ਜਿਹਾ ਹੈ, ਅਚਰਜ ਕਰਨ ਵਾਲਾ ਹੈ, ਜਿੱਥੇ ਬੈਠ ਕੇ ਪਰਮਾਤਮਾ ਨਿਰੰਕਾਰ ਸਾਰਿਆਂ ਜੀਵਾਂ ਦੀ ਸੰਭਾਲ ਕਰ ਰਿਹਾ। ਹੁਣ ਲੋਕਾਂ ਨੇ ਕਿਹਾ ਕਿ ਪਰਮਾਤਮਾ ਦਾ ਘਰ ਇਵੇਂ ਆ ਜਿਵੇਂ ਰਾਜਿਆਂ ਦਾ ਇਵੇਂ। ਗੁਰੂ ਨਾਨਕ ਸਾਹਿਬ ਕਹਿੰਦੇ ਮੰਨ ਲਓ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਪਰਮਾਤਮਾ ਵਾਜੇ ਨਾਦ ਤੇਰੀ ਇਸ ਰਚੀ ਹੋਈ ਕੁਦਰਤ ਦੇ ਵਿੱਚ ਨਾ ਅਨੇਕਾਂ ਵਾਜੇ ਨਾਦ, ਅਨੇਕ, ਅਨੇਕ ਮਤਲਬ ਅਨੇਕਾਂ, ਅਸੰਖਾਂ ਅਣਗਿਣਤ। ਕਹਿੰਦੇ ਅਣਗਿਣਤ ਹੀ ਤੇਰੇ ਦਰ ਤੇ ਵਾਜੇ ਜਿਹੜੇ ਨੇ ਵਜਾ ਕੇ ਤੇਰੀ ਵਡਿਆਈ ਕੀਤੀ ਜਾ ਰਹੀ। ਬੇਅੰਤ ਕੇਤੇ ਵਾਵਣ ਹਾਰੇ। ਵਾਵਣ ਹਾਰੇ ਨਾਦ ਕਹਿੰਦੇ ਨੇ ਆਵਾਜ਼ ਨੂੰ, ਸ਼ਬਦ ਨੂੰ, ਰਾਗ ਨੂੰ। ਅਣਗਿਣਤੀ ਰਾਗ ਗਾ ਕੇ, ਵਾਜੇ ਗਾ ਕੇ, ਸ਼ਬਦ ਗਾ ਕੇ ਗਾਉਣ ਵਾਲੇ, ਵਜਾਉਣ ਵਾਲੇ ਜਿਹੜੇ ਨੇ ਉਹ ਤੇਰੀ ਸਿਫਤ ਗਾ ਰਹੇ ਨੇ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਥੋੜ੍ਹਾ ਜਿਹਾ ਸਮਝੀਏ। ਗੁਰੂ ਨਾਨਕ ਸਾਹਿਬ ਜੀ ਉਸ ਦਰ ਦੀ ਮਹਿਮਾ ਨਾਦ ਤੋਂ ਆਰੰਭ ਕਰਦੇ ਨੇ, ਸ਼ਬਦ ਤੋਂ ਆਰੰਭ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਅਨੇਕਾਂ ਤਰ੍ਹਾਂ ਦੇ ਨਾਦ ਉਸ ਦੇ ਦਰ 'ਤੇ ਨਾ ਵੱਜ ਰਹੇ ਨੇ। ਅਨੇਕਾਂ ਹੀ ਉਹਨਾਂ ਨੂੰ ਵਜਾਉਣ ਵਾਲੇ ਨੇ, ਸਾਜਿੰਦੇ ਨੇ, ਜੋ ਹਰ ਤਰ੍ਹਾਂ ਦੇ ਨਾਦ ਨੂੰ ਪ੍ਰਗਟ ਕਰ ਰਹੇ ਨੇ। ਹੇ ਪ੍ਰਮਾਤਮਾ, ਉਹ ਤੇਰੇ ਘਰ ਦੀ, ਤੇਰੇ ਦਰ ਦੀ ਇੱਕ ਮਹਾਨ ਸ਼ੋਭਾ ਹੈ, ਮਹਿਮਾ ਹੈ, ਵਡਿਆਈ ਹੈ। ਭਾਵੇਂ ਅੱਜ ਕੱਲ੍ਹ ਅਨੇਕਾਂ ਸਾਰੇ ਜਿਹੜੇ ਸੇਵਕ ਨੇ ਇਸ ਗੱਲ ਦਾ ਬੋਧ ਨਹੀਂ ਕਰਦੇ। ਮੈਂ ਸੌਖੀ ਸ਼ਬਦਾਵਲੀ ਵਿੱਚ ਕਹਾਂ ਕਿ ਅੱਜ ਭਾਵੇਂ ਗੁਰਮਤਿ ਦੇ ਅਨੁਸਾਰ ਅਸੀਂ ਸਮਝਦੇ ਹਾਂ ਕਿ ਰੱਬ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਪਰ ਪੁਰਾਤਨ ਸਮਿਆਂ ਦੇ ਵਿੱਚ ਇਵੇਂ ਹੋਇਆ ਕਰਦਾ ਸੀ। ਜਦ ਸਨਾਤਨ ਮੰਦਰ ਵਿੱਚ ਲੋਕ ਪ੍ਰਵੇਸ਼ ਕਰਦੇ ਸੀ ਤੇ ਘੜਿਆਲ ਵਜਾ ਕੇ, ਘੰਟੀ ਵਜਾ ਕੇ ਅੰਦਰ ਪ੍ਰਵੇਸ਼ ਕਰਦੇ ਸੀ। ਪ੍ਰਾਚੀਨ ਜਿਹੜੇ ਰਿਸ਼ੀ ਮੁਨੀ ਸੀ ਇਹ ਮਰਿਆਦਾ ਮੰਨਦੇ ਸੀ ਵੀ ਪ੍ਰਵੇਸ਼ ਕਰਨ ਲੱਗਿਆਂ ਪਹਿਲਾਂ ਘੜਿਆਲ ਵਜਾਓ, ਘੰਟਾ ਵਜਾਓ। ਦਰਅਸਲ ਵਿੱਚ ਇਹ ਗੱਲ ਦੀ ਸੂਚਨਾ ਹੈ, ਸੰਕੇਤ ਹੈ, ਇਸ਼ਾਰੇ ਨਾਲ ਸਮਝਾਇਆ ਗਿਆ ਹੈ ਕਿ ਪਰਮਾਤਮਾ ਤੱਕ ਪਹੁੰਚਣਾ ਉਸ ਦਾ ਹੀ ਨਸੀਬ ਹੋਵੇਗਾ ਜਿਸ ਦੇ ਕੋਲ ਨਾਦ ਹੈ, ਜਿਹਦੇ ਕੋਲ ਸ਼ਬਦ ਹੈ, ਜਿਹਦੇ ਕੋਲ ਧੁਨ ਹੈ, ਜਿਹਦੇ ਕੋਲ ਘੜਿਆਲ ਹੈ। ਠੀਕ ਆ, ਉਹਨੂੰ ਉਹ ਅਲੱਗ ਤਰੀਕੇ ਨਾਲ ਲੈ ਕੇ ਬੈਠ ਗਏ। ਅਸਲੀ ਉਹ ਘੰਟੀ ਵਜਾਉਣ ਦਾ, ਘੜਿਆਲ ਵਜਾਉਣ ਦਾ ਮਤਲਬ ਸੀ ਨਾਦ, ਆਵਾਜ਼, ਕਿ ਜਿਹਦੇ ਕੋਲ ਸ਼ਬਦ ਦੀ ਆਵਾਜ਼ ਹੋਏਗੀ, ਗਿਆਨ ਦੀ ਆਵਾਜ਼ ਹੋਏਗੀ, ਉਹ ਪਰਮਾਤਮਾ ਦੇ ਦਰ 'ਤੇ ਪ੍ਰਵੇਸ਼ ਕਰ ਸਕਦਾ ਹੈ। ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਹਿੰਦੁਸਤਾਨ ਦੇ ਦੇਵੀ ਦੇਵਤਿਆਂ ਦੇ ਵੱਲ ਝਾਤੀ ਮਾਰੀਏ ਨਾ, ਤੇ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਵੀ ਸਾਜ਼ ਸੀ। ਜੇ ਕ੍ਰਿਸ਼ਨ ਜੀ ਦੀ ਗੱਲ ਕਰੀਏ, ਉਹਨਾਂ ਦੇ ਹੱਥ ਦੇ ਵਿੱਚ ਬਾਂਸੁਰੀ ਸੀ। ਜਿਹੜੀ ਮੀਰਾ ਸੀ ਉਹਨੇ ਵੀ ਧੁਨ ਛੇੜੀ। ਇੱਕ ਤਾਰਾ ਨਾਰਦ ਜੀ ਦੇ ਹੱਥ ਵਿੱਚ ਸੀ। ਉਹਦੇ ਤੋਂ ਬਾਅਦ ਸ਼ਿਵ ਜੀ ਦੀ ਗੱਲ ਆਉਂਦੀ, ਉਹ ਡਮਰੂ ਵਜਾਉਂਦੇ ਨੇ। ਚਲੋ, ਸਨਾਤਨੀ ਧਰਮ ਦੀ ਮੈਂ ਗੱਲ ਕੀਤੀ ਹੈ।